ਤੇ ਜਦੋਂ ਉਹ ਭੱਜੀ ਜਾਂਦੇ ਜਿਹੜਾ ਨੌਕਰੀਆਂ ਦੇਣੀਆਂ, ਜਿਨ੍ਹਾਂ ਨੇ ਐਗਰੋ ਬੇਸਡ ਇੰਡਸਟਰੀ ਦੇ ਨਾਲ ਸਾਡੀ ਕਿਸਾਨੀ, ਕਿਉਂਕਿ ਅਸੀਂ ਇੱਕ ਐਗਰੋ ਬੇਸਡ ਇੰਡਸਟਰੀ ਆ, ਸਾਡੀ ਕਿਸਾਨੀ ਹੈ, ਤੇ ਜਦੋਂ ਉਹ ਭੱਜੀ ਜਾਂਦੇ ਆ, ਉਹਨਾਂ ਤੋਂ ਆਹੀ ਚੱਲਦਾ ਹੈ, ਕਰਪਸ਼ਨ ਦੂਰ ਨਹੀਂ ਹੁੰਦੀ, ਤਾਂ ਮੈਨੂੰ ਤੁਸੀਂ ਦੱਸੋ ਸਹੀ ਜਵਾਨ ਕਿੱਥੋਂ ਖੜੂ? ਉਹਨੂੰ ਤੇ ਓਪਰਚੁਨਿਟੀ ਚਾਹੀਦੀ ਹੈ, ਉਹਨੂੰ ਤਾਂ ਨੌਕਰੀ ਚਾਹੀਦੀ ਹੈ, ਉਹ ਤੇ ਕੁਆਲਿਟੀ ਐਜੂਕੇਸ਼ਨ ਚਾਹੀਦੀ ਹੈ, ਨਾ ਉਹਨੂੰ ਕੁਆਲਿਟੀ ਐਜੂਕੇਸ਼ਨ ਮਿਲ ਰਹੀ ਹੈ, ਨਾ ਉਹਨੂੰ ਡਿਗਰੀਆਂ ਮਿਲ ਰਹੀਆਂ, ਨੌਕਰੀ ਨਹੀਂ ਹੈ। ਮਹਾਰਾਜ ਅਸੀਂ ਉਹ ਐਂਟਰਪ੍ਰੈਨਰ ਖੜਾ ਕਰੀਏ who is not a job seeker but who is a job giver। ਇਹ ਹੋ ਸਕਦਾ ਜੇ ਤੁਸੀਂ ਉਹਨੂੰ ਸਕਿੱਲ ਦਿਓ। ਮੈਂ ਕਹਿੰਦਾ ਸਕਿੱਲ ਕੋਈ ਮਾੜੀ, ਤੁਸੀਂ ਦਿਓ ਉਹਨੂੰ ਸਕਿੱਲ। ਬਾਜ਼ੀਆਂ ਨਕੰਮੇ ਕਰਤੇ ਲੋਕ, 1000 ਰੁਪਇਆ ਦੇਂਗੇ, ਫਲਾਨਾ ਦੇਂਗੇ, ਉਹ ਕਿਹੜਾ ਬਰੋਟਾ ਲੱਗਾ ਜਿੱਥੋਂ ਪੱਟ ਕੇ ਲਿਆਏਗਾ? ਹੋਵੇ 1000 ਰੁਪਇਆ ਤੂੰ ਕਹਿੰਦਾ ਵੀ ਇੱਥੇ ਜਨਾਨੀਆਂ ਨੂੰ ਦੇਏਗਾ, ਉੱਥੇ ਦਿੱਲੀ 'ਚ ਇੱਕ ਨੂੰ ਦਿੱਤਾ, ਇੱਕ ਨੂੰ। ਹੈ ਕੋਈ ਮਹਿਲਾ ਮੰਤਰੀ ਤੇਰੀ ਕੈਬਨਿਟ 'ਚ? ਹੈ ਜੀ? ਇੱਕ ਸਕੂਲ ਬਣਾਇਆ ਹੋਵੇ, ਤੂੰ ਕਹਿ 20 ਸਕੂਲ ਬਣਾਉਂਗਾ। 8 ਲੱਖ ਨੌਕਰੀ ਕਹੀ ਦਿੱਲੀ 'ਚ, 8 ਲੱਖ ਨੌਕਰੀ ਦਿੱਤੀ। 440 ਆਰਟੀਆਈ ਲਾ ਕੱਢੋ, ਮੇਰੇ ਨਾਲ ਬਿਠਾਓ ਇੱਥੇ, ਗੈਣ ਕਾਈਆਂ ਲਾ ਕੇ ਨਾ ਪੁੰਜੇ ਨਾ ਪਾ ਦਿਆਂ, ਮੇਰਾ ਨਾਮ ਕਰਾ ਦੇ। 440 ਝੂਠੇ ਲੋਕ ਨੇ, ਝੂਠ ਵੇਚਦੇ ਆ, ਝੂਠ ਵੇਚਦੇ। 440 ਨੌਕਰੀ ਦਿੱਤੀ ਹੈ ਮਹਾਰਾਜ। ਕਹਿੰਦਾ ਟੀਚਰ ਪੱਕੇ ਕਰੂੰ, ਟੰਕੀਆਂ ਤੋਂ ਲਾਉਂ। ਜਦੋਂ ਇਹ ਆਇਆ 2013 ਚ, ਹਾਂਜੀ 7000 ਵੈਕੈਂਸੀ ਸੀ ਟੀਚਰਾਂ ਦੀ, ਅੱਜ 19000 ਵੈਕੈਂਸੀ ਹੈ। ਦਿਹਾੜੀ ਤੇ ਕੰਮ ਕਰਾਉਂਦਾ ਟੀਚਰਾਂ ਤੋਂ, ਇੱਕ ਦਿਨ ਦੇ ਇੰਨੇ ਨੇ ਪੈਸੇ ਦੇ ਤੇ 15 ਦਿਨਾਂ ਦਾ ਕੰਟਰੈਕਟ। ਕਦੇ ਸੁਣਿਆ 15 ਦਿਨਾਂ ਦਾ ਕੰਟਰੈਕਟ? 15 ਦਿਨਾਂ ਦਾ ਕੰਟਰੈਕਟ ਹੈ, 15 ਡੇਜ਼ ਕੰਟਰੈਕਟ ਟੀਚਰਾਂ ਦਾ। ਇਹ ਕਿੱਥੋਂ ਮਿਆਰ ਲਿਆਵਾਂਗੇ ਸਾਹਿਬ? ਗੁਰੂ ਦਾ ਦਰਜਾ ਹੈ ਉਹਦਾ ਟੀਚਰ। ਮੈਂ ਅੱਜ ਵੀ ਆਪਣੇ ਟੀਚਰਾਂ ਨੂੰ ਮਿਲਦਾ, ਅੰਗੂਠੇ ਨੂੰ ਹੱਥ ਲਾਈਦਾ। ਮੈਂ ਪ੍ਰੋਫੈਸਰ ਸਾਹਿਬ ਦੀ ਇੱਜ਼ਤ ਕਰਨਾ, ਅੰਗੂਠੇ ਨੂੰ ਹੱਥ ਲਾਉਣਾ। ਤੂੰ ਮੈਨੂੰ ਲੱਗਦਾ ਯਾਰ ਪੰਜਾਬ ਦੀ ਆਵਾਜ਼ ਚੁੱਕਦਾ, ਕੋਈ ਸਕੀ ਰਿਸ਼ਤੇਦਾਰੀ ਹੋਵੇ ਨਾ ਹੋਵੇ ਮਹਾਰਾਜ। ਅੱਜ ਅਸੀਂ ਵੋਟ ਕਿਸੇ ਸਵਾਰਥ ਨੂੰ ਨਹੀਂ ਪਾਉਣੀ, ਪੰਜਾਬ ਨੂੰ ਪਾਉਣੀ ਹੈ, ਗੁਰੂਆਂ ਦੀ ਚਰਨ ਛੋਹ ਧਰਤੀ ਨੂੰ ਪਾਉਣੀ ਹੈ। ਤੇ ਜਦੋਂ ਕੋਈ ਬਾਹਰੋਂ ਬੰਦਾ ਆਉਂਦਾ ਨਾ, ਕਈ ਵਾਰ ਮਖੌਲ ਕਰ ਜਾਂਦੇ। ਮੇਰਾ ਇੱਕ ਚੰਗਾ ਰਿਸ਼ਤੇਦਾਰ ਮੇਰੇ ਕੋਲ ਆਇਆ, ਕਹਿੰਦਾ ਸਿੱਧੂ ਸਾਹਿਬ ਪੱਟ ਕੇ ਲੈ ਜਾਣੇ ਸਾਰੇ, ਲੱਖ ਤਾਂ ਲੈ ਗਏ ਅਸੀਂ ਕੈਨੇਡਾ ਨੂੰ, ਤੇ ਬਾਕੀ ਵੀ ਅਸੀਂ ਪੱਟ ਕੇ ਲੈ ਜਾਣੇ। ਮੈਂ ਕਿਹਾ ਭਾਜੀ ਜੋ ਮਰਜੀ ਪੱਟ ਕੇ ਲੈ ਜਾਣੇ, ਪਰ ਤੂੰ ਦਰਬਾਰ ਸਾਹਿਬ ਨਹੀਂ ਲਿਜਾ ਸਕਦਾ, ਤੂੰ ਦਮਦਮਾ ਸਾਹਿਬ ਨਹੀਂ ਲਿਜਾ ਸਕਦਾ, ਤੂੰ ਦੁਰਗਿਆਨਾ ਮੰਦਿਰ ਨਹੀਂ ਲਿਜਾ, ਜਿੱਥੋਂ ਅਸੀਂ ਸੇਧ ਲਈ ਹੈ, ਜਿੱਥੋਂ ਅਸੀਂ ਉੱਥੋਂ ਖੜੇ ਹੋਏ ਹਾਂ। ਜਦੋਂ ਸਰੋਵਰ 'ਚ ਘੋੜਿਆਂ ਦੀ ਲੱਤ ਪਾਤੀ, ਉੱਥੋਂ ਜਿੱਥੋਂ ਅਸੀਂ ਖੜੇ ਹੋਏ ਹਾਂ ਲੜ ਕੇ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਤੇ ਅੱਜ ਇਹ ਗੁਰੂਆਂ ਪੀਰਾਂ ਦੀ ਧਰਤੀ ਅਸੀਂ ਟਿਕਾਂਗੇ ਨਹੀਂ। ਚਲੋ ਜਿਹਦਾ ਵੀ ਹੋਇਆ, ਲੇਕਿਨ ਅਸੀਂ ਪੰਜਾਬੀਆਂ ਦੀ ਕੌਮ ਲੜਨ ਵਾਲੀ ਕੌਮ ਹੈ ਸਾਹਿਬ। ਪਰ ਇਹਨਾਂ ਨੇ ਕਿਹਾ ਕਿ ਨਹੀਂ, ਅਸੀਂ ਲੜਾਂਗੇ। ਬਾਕੀ ਤੇ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਪਰ ਆਖਰੀ ਦਮ ਤੱਕ ਲੜਾਂਗੇ। ਮੈਂ ਸ਼ੇਰ ਫਿਰ ਨਾ ਕਹਿੰਦਾ ਸਿੱਧੂ ਆਇਆ ਸੀ, ਸ਼ੇਰ ਨਹੀਂ ਸੁਣਾਇਆ। ਮੇਰੇ ਪਿਓ ਦਾ ਸ਼ੇਰ ਹੈ, ਉਹ ਸੁਣਾਉਂਦਾ ਹੁੰਦਾ ਸੀਗਾ ਲਾਹੌਰ ਦੇ ਵਿੱਚ, ਜਦੋਂ ਉਹਨੂੰ ਸਜਾਏ ਮੌਤ ਸੁਣਾਈ ਸੀ, ਉਹ ਸੁਣਾਉਂਦਾ ਹੁੰਦਾ ਸੀ। ਉਹ ਕਹਿੰਦਾ प्रण करते हैं आजादी की शाम नहीं होने देंगे, वीरों की समाधियों को बदनाम नहीं होने देंगे, जब तक तन में गर्म लहू की एक बूंद भी बाकी है, पंजाब की इस सरजमीन को नीलाम नहीं। सिद्धू का पुराना है साहब, जाता जावे। मैं थोड़ा ना क्या ठोको ताड़ी, आपे ठोकी। वो दसो जी अगला कोई सवाल। सत श्री अकाल सिद्धू साहब। कॉपी टू ऑल। मैं चरणजीत सिद्धू। बाजी मेरा सवाल सब तो हट के आ, ते तुसीं ठोक के जवाब देना, तो मेरा सवाल भी ठोक के ही आ रहा। ये चिंता है एक बड़ी वड्डी, तुहाडे ते बहुत वड्डा विश्वास किया जा सकता है, पर साडे दुखां दी जो साडे 700 किसान शहीद होए ने, या उस तो पहलों दो चीज़ां साडे लई जरूरी ने, और सरकार दा फर्ज है शिक्षा ते स्वास्थ्य सानू फ्री देना, ते बिजली ट्रांसपोर्ट होर चीज़ां जिहड़ियां नो कोस्ट नो प्रॉफिट ते देना। चलदा सी बड़ा वधिया देश, नेहरू जी ने समाजवादी व्यवस्था लिआंदी, अगे चलदा गया। पर मानयोग जी जिथे तुसीं खलोते हो, तुहाडी मैं गल करदा, तुसीं लफ्ज़ बोलिया सी एक कि सरकारां दे दलाल, मैं वो लफ्ज़ नहीं बोलांगा।
ਸਰਕਾਰ ਦਾ ਵੀ ਮਾਲਕ ਕੋਈ ਹੋਰ ਆਉਂਦਾ, ਕੋਈ ਵੀ ਸਰਕਾਰ ਹੋਵੇ। ਤੇ ਉਹਨਾਂ ਮਾਲਕਾਂ ਨੇ ਕੀ ਕੀਤਾ, 1991 ਦੇ ਵਿੱਚ ਜਦੋਂ ਮਾਣਯੋਗ ਸਾਬਕਾ ਪ੍ਰਧਾਨ ਮੰਤਰੀ ਜੀ ਵਿੱਤ ਮੰਤਰੀ ਸਨ, ਤੇ ਪ੍ਰਧਾਨ ਮੰਤਰੀ ਜੀ ਦਾ ਮੈਨੂੰ ਥੋੜਾ ਨਾਂ ਭੁੱਲ ਗਿਆ, ਨਰਸਿਮਹਾ ਰਾਓ ਜੀ, ਉਦੋਂ ਮੈਂ ਇੱਥੇ, ਹੋ ਸਕਦਾ ਕਈਆਂ ਨੂੰ ਪਤਾ ਹੋਵੇ, ਕਈਆਂ ਦਾ ਨਾਂ ਪਤਾ ਹੋਵੇ, ਕਈਆਂ ਤੇ ਡੰਕਲ ਦਾ ਵੀ ਨਹੀਂ ਪਤਾ। ਮੈਂ ਵੀ ਪ੍ਰੋਫੈਸਰ ਸਾਹਿਬ ਵਰਗੇ, ਮਾਨਯੋਗ ਪ੍ਰੋਫੈਸਰ ਸਾਹਿਬ ਮਨਜੀਤ ਸਿੰਘ ਜੀ ਵਰਗੇ ਕੋਲ ਸਿੱਖ ਕੇ ਇਹ ਚੁਣਿਆ। ਡੰਕਲ ਦਾ ਆਮ ਨੂੰ ਪਤਾ ਹੀ ਨਹੀਂ ਵੀ ਕੀ ਹੈ। ਤੇ ਜਿਹੜੀਆਂ ਉਹ ਤਜਵੀਜ਼ਾਂ ਲੈ ਕੇ ਆਏ ਸੀ ਗੈਸ, 1991 ਚ ਦੇਸ਼ ਚ ਆਈਆਂ। ਅਸੀਂ ਦਿੱਲੀ ਬੜੇ ਡਾਂਗਾ ਖਾਧੀਆਂ। 5 ਅਪ੍ਰੈਲ 1995 ਨੂੰ ਸਰਦਾਰ ਮੋਹਨ ਸਿੰਘ ਜੀ ਤੇ ਮੋਹਨ ਸਿੰਘ ਟੇਕੂ ਤੇ ਮਨਮੋਹਨ ਸਿੰਘ ਅਮੋਰ ਟੇਕ ਆਹਲੂਵਾਲੀਆ ਜੀ ਸੈਨ ਕਰਨ ਗਏ ਸੀ ਜਨੇਵਾ ਚ, ਤੇ ਅਸੀਂ ਦਿੱਲੀ ਚ ਸੜਕਾਂ ਤੇ ਡੰਡੇ ਖਾ ਰਹੇ ਸੀ ਵੀ ਨਾ ਕਰੋ। ਹੁਣ ਮੈਂ ਜਿਹੜੀ ਸਵਾਲ ਹੈ ਮੇਰਾ, ਉਹ ਨੀਤੀਆਂ ਮੁੜ ਕੇ ਜਦੋਂ ਵਾਜਪੇਈ ਜੀ ਆਏ ਉਹਨਾਂ ਨੇ ਲਾਗੂ ਕੀਤੀਆਂ, ਤੇ ਨਾਲ ਸਾਡੀ ਸਮਾਜਿਕ ਏਕਤਾ ਤੋੜੀ। ਮੈਂ ਦੱਸ ਦੇਣਾ ਕਿਵੇਂ। ਉਹਨਾਂ ਨੇ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕੀਤੀ, ਨਾਲ ਬਿਜਲੀ ਬਿੱਲ ਬੰਦ ਕੀਤਾ। ਤੇ ਜਦੋਂ ਦਾ ਵਿਰੋਧ ਹੋਣ ਲੱਗਾ ਸੜਕਾਂ ਤੇ ਜਿਹੜਾ ਪ੍ਰਵੀਨ ਤਗੋੜੀਆ ਤੇ ਜਿਉਂਦਾ ਪੱਟਾਂ ਤੇ ਹੱਥ ਮਾਰ ਮਾਰ ਕੇ ਰੋਂਦਾ ਕਿ ਮੈਨੂੰ PM ਮਰਵਾ ਦੇਗਾ, ਤੇ ਅਸ਼ੋਕ ਸਿੰਘਲ ਜੀ ਮਰ ਗਏ ਆ, ਉਹਨਾਂ ਨੇ ਤਰਸੂਲ ਦਰਸ਼ਨਾ ਚਲਾਤੀ ਕਿ ਤਰਸੂਲ ਦਰਸ਼ਨ ਨਾਲੋਂ ਘਰ ਵਾਪਸੀ ਕਰੋ। ਉਹ ਨੀਤੀਆਂ ਦੂਜੀਆਂ ਵਿੱਚ ਪਾਰਟੀਆਂ ਸੀ ਲਾਗੂ ਨਹੀਂ ਹੋਣ ਦਿੱਤੀਆਂ। 10 ਸਾਲ ਸਰਕਾਰ ਰਹੀ ਤੁਹਾਡੀ ਪਾਰਟੀ ਦੀ। क्वेश्चन है वीर जी, क्वेश्चन है सर। लंबा ना करो, बहुत सारे साथी ने सवाल पूछना चाहिए। मेरी रिक्वेस्ट है, सवाल पूछो। ਇਹ ਭਾਜੀ ਸਵਾਲ ਆ ਲੋਕਾਂ ਨੂੰ ਹਟ ਕੇ। ਮੈਨੂੰ ਇਹ ਨਹੀਂ ਵੀ ਜ਼ਮੀਨ ਕਾਤੋਂ ਖੋਲੋਗੇ ਜਾਂ ਕੁਝ, ਕੱਲਾ ਕੱਲਾ ਬੱਚਾ ਸੁਖੀ ਹੋਏਗਾ। ਸਾਡੇ ਦੁੱਖਾਂ ਦਾ ਕਾਰਨ ਉਹ ਨੀਤੀਆਂ ਨੇ। ਕੋਈ ਨਹੀਂ ਭਾਜੀ, ਤੁਸੀਂ ਪੁੱਛੋ। ਹਾਂ ਨਹੀਂ, ਮੈਂ ਛੋਟਾ ਵਾਂ ਭਾਜੀ, ਮੈਂ ਤੋਂ ਬਹੁਤ ਛੋਟਾ ਵਾਂ। ਉਹਦੇ ਚ ਸਰ ਉਸੇ ਨੀਤੀਆਂ ਤੇ ਜਦੋਂ ਮੋਦੀ ਸਾਹਿਬ ਬਹੁਮਤ ਲੈ ਕੇ ਆਏ ਤੇ ਬੇਲਗਾਮ ਘੋੜੇ ਵਾਂਗੂ ਭੱਜੇ, ਤੇ ਉਹਨਾਂ ਨੇ ਸਭ ਕੁਝ ਦੇਸ਼ ਨੂੰ ਚੁਟਕੀਆਂ ਚ ਵੇਚਤਾ। ਚਾਹੇ ਸਾਡੀ ਬੇਲ ਹੈ, ਚਾਹੇ ਸਾਡੀ ਰੇਲ ਹੈ, ਚਾਹੇ ਸਾਡਾ BSNL ਹੈ, ਚਾਹੇ ਸਾਡੀ ਖਦਾਨ ਹੈ, ਚਾਹੇ ਸਟੀਲ ਹੈ, ਸਾਰਾ ਕੁਝ ਵੇਚਤਾ। ਮੈਂ ਹੁਣ ਜਿਹੜਾ ਵੱਡੇ ਵੀਰ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਜੇ ਤੁਸੀਂ ਹੁਣੇ ਕਿਹਾ ਵੀ ਕੀ 100 ਰੁਪਇਆ ਕੇਵਲ ਦਾ ਹੋ ਗਿਆ, ਕੀ ਆਹ ਚੀਜ਼ ਹੋ ਗਈ ਕਿਉਂਕਿ ਤੁਹਾਡੇ CM ਸਾਹਿਬ ਨੇ ਕਿਹਾ ਤੇ ਲਾਗੂ ਨਹੀਂ, ਇੰਪਲੀਮੈਂਟੇਸ਼ਨ ਨਹੀਂ ਹੋਈ, ਕਿਉਂਕਿ ਤੁਸੀਂ ਲੜ ਰਹੇ ਹੋ ਇਨਰ ਸਰਕਲ ਦੇ ਵਿੱਚ। ਤੇ ਜੇ ਮਾਣਯੋਗ ਜੀ ਤੁਸੀਂ ਪਹਿਲੇ ਨੰਬਰ ਤੇ ਉਹਨਾਂ ਕਰ ਦਿੰਦੇ ਤੇ ਬੜੀ ਖੁਸ਼ੀ ਦੀ ਗੱਲ ਹੈ। ਜੇ ਤੁਹਾਨੂੰ ਕੈਂਡੀਡੇਟ CM ਲਾਉਂਦੇ ਨੇ ਤੇ ਕੀ ਤੁਸੀਂ ਆਪਣੀ ਹਾਈ ਕਮਾਂਡ ਨੂੰ ਉਹ ਡੰਕਲ ਤਲਵੀਜ਼ਾਂ ਤੋਂ ਬਾਹਰ ਆਉਣ ਲਈ ਮਨਵਾ ਲਓਗੇ? ਤੇ ਜੇ ਨਹੀਂ ਉਹ ਮੰਨੀਆਂ ਜਾਂਦੀਆਂ ਤੇ ਫਿਰ ਜਿੰਨਾ ਮਰਜ਼ੀ ਵੱਡੇ ਵੀਰ ਟੰਕੇ ਦੀ ਚੋਟ ਤੇ ਕਹਿ ਲੋ ਹੋਵੋਗੇ ਫੇਲ ਤੁਸੀਂ ਵੀ। ਇਹਦਾ ਸੋਲੂਸ਼ਨ ਦੱਸ ਦਿਓ ਕਿ ਡੰਕਲ ਤਲਵੀਜ਼ਾਂ ਤੋਂ ਬਾਹਰ ਆਵਾਂਗੇ ਅਸੀਂ ਕਿ ਨਹੀਂ ਆਵਾਂਗੇ। ਧੰਨਵਾਦ ਭਾਜੀ। ਦੇਖੋ, ਜੇ ਇਹਦਾ ਤਾਂ ਕੋਈ ਜਵਾਬ ਨਹੀਂ ਹੁੰਦਾ। ਤੁਸੀਂ ਕਿਹਾ ਉਹ ਬਣਾਉਣਗੇ ਜਾਂ ਨਹੀਂ ਬਣਾਉਣਗੇ। ਨਾ ਤੇ ਮੈਂ ਕਦੇ ਜ਼ਿੰਦਗੀ 'ਚ ਕੁਝ ਮੰਗਿਆ, ਨਾ ਮੰਗੂਗਾ। ਮੈਂ ਤੇ ਵੋਟਾਂ ਤੱਕ ਨਹੀਂ ਮੰਗਦਾ। ਹੁਣ ਜੇ ਦਾ ਜਵਾਬ ਕੀ ਹੈ, ਅੰਗਰੇਜ਼ੀ 'ਚ ਕਹਿੰਦੇ ਨੇ ਇਫ ਮਾਈ ਆਂਟੀ ਵਰ ਅ ਮੈਨ ਸ਼ੀ ਵੁੱਡ ਹੈਵ ਬੀਨ ਮਾਈ ਅੰਕਲ। ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਤੇ ਮੈਂ ਉਹਨੂੰ ਚਾਚਾ ਕਹਿੰਦਾ। ਲੇਕਿਨ ਤੁਹਾਡਾ ਸਵਾਲ ਐਡਾ ਕੁ ਤਾਕਤਵਰ, ਐਡਾ ਕੁ ਜ਼ਬਰਦਸਤ ਹੈ ਔਰ ਐਡਾ ਕੁ ਵਾਜਬ ਹੈ ਕਿ ਮੈਂ ਮਜਬੂਰ ਹਾਂ ਵੀ ਜਵਾਬ ਦਊਂ। ਜਵਾਬ ਦੇਖੋ ਭਾਜੀ, ਰਿਸਪੌਂਸਿਬਿਲਿਟੀ ਜਿਹੜੀ ਹੁੰਦੀ ਹੈ ਨਾ, ਉਹ ਜਾਂ ਤੇ ਬੰਦੇ ਨੂੰ ਬਿਹਤਰ ਕਰਦੀ ਹੈ ਤੇ ਜਾਂ ਬਦਤਰ ਕਰਦੀ। ਇਟ ਆਈਦਰ ਮੇਕਸ ਯੂ ਬੈਟਰ ਔਰ ਬਿਟਰ। ਮੇਰਾ ਇੱਕ ਬਿਟਰ ਐਕਸਪੀਰੀਅੰਸ ਹੈ ਸਾਹਿਬ। ਮੈਂ 3 ਸਰਕਾਰਾਂ ਪੰਜਾਬ ਚ ਬਣਾ ਦਿੱਤੀਆਂ, ਬਾਕੀ ਵੀ ਕੰਪੂਨਾ ਕਰਦਾ ਰਿਹਾ। ਲੇਕਿਨ ਇਸ ਸਿਸਟਮ ਚ ਨਾ ਅੱਜ ਪੁੱਛੋ, ਜਿਹੜਾ ਚੰਗਾ ਆਦਮੀ ਹੁੰਦਾ ਉਹਨੂੰ ਸ਼ੋਅ ਪੀਸ ਬਣਾ ਦਿੱਤਾ। ਮੈਂ ਜਵਾਬ ਪਹਿਲਾਂ ਵੀ ਦੇ ਚੁੱਕਾ। ਉਹਨੂੰ ਸਿਰਫ ਮੋਹਰੀ ਬਣਾ ਕੇ ਉਹਨੂੰ ਇਲੈਕਸ਼ਨ ਜਿਤਾਉਣ ਲਈ ਰੱਖਿਆ ਜਾਂਦਾ। ਉਹਦੀ ਕੰਪੂਨ ਕਰਾ ਕੇ ਫਿਰ ਉਹਨੂੰ ਸ਼ੋਅ ਪੀਸ ਬਣਾ ਕੇ ਰੱਖ ਦਿੱਤਾ ਜਾਂਦਾ। मैं कोई शो पीस नहीं मैं पढ़ता, वो तो पढ़ता नहीं। मैं पहले ही कह चुका, ਤੁਹਾਨੂੰ ਦੱਸ ਚੁੱका, ਬਿਲकुल नहीं पढ़ता। मैं पंजाब के लोगों नाल नंबर 2
ਸੱਤਾ 'ਚ ਆਉਣ ਵਾਸਤੇ ਝੂਠ ਵੀ ਨਹੀਂ ਬੋਲਦਾ ਤੁਹਾਡੇ ਸਾਹਮਣੇ। ਇਹਨੇ ਬੋਲਿਆ, ਕੋਈ ਕਹਿ ਦੇਵੇ ਨਵਜੋਤ ਸਿੰਘ ਸਿੱਧੂ ਝੂਠ ਬੋਲੇ, ਕਿਉਂਕਿ ਮੇਰੇ ਕੋਲ ਖੋਣ ਨੂੰ ਹੈ ਕੱਖ ਨਹੀਂ। ਇਹ ਜਿਹੜੀਆਂ ਚੀਜ਼ਾਂ ਦੇ ਲਈ ਲੋਕ ਕਰੋੜਾਂ ਰੁਪਏ ਦਿੰਦੇ ਫਿਰਦੇ ਆ, ਬਾਹਾਂ ਵੜਾ ਲੈਂਦੇ ਆ, ਮੈਂ ਭਗਾ ਮਾਰੀਆਂ। ਲੋਕ ਕਹਿੰਦੇ ਨੇ ਪਾਰਟੀ 'ਚ ਆਇਆ ਸੀ ਸਿੱਧੂ, ਇਹ ਬਾਹਰੋਂ ਆਇਆ ਸੀ। ਸਿੱਧੂ ਰਾਜ ਸਭਾ ਛੱਡ ਕੇ ਆਇਆ ਸੀ, ਕੁਛ ਲੈਣ ਨਹੀਂ ਸੀ ਆਇਆ। 6 ਸਾਲ ਦੀ ਰਾਜ ਸਭਾ ਕਿਸੇ ਨੇ ਛੱਡੀ ਹੋਵੇ ਤੇ ਮੈਨੂੰ ਨਾਂ ਦਿਓ। ਐਮਪੀਗਿਰੀ ਛੱਡੀ ਹੋਵੇ ਕਿਸੇ ਨੇ ਤੇ ਮੈਨੂੰ ਨਾਮ ਦਿਓ। ਕਹਿੰਦੇ ਕੀ ਸੀ, ਕੁਰਕਸ਼ੇਤਰੋਂ ਇਲੈਕਸ਼ਨ ਲੜ, IB ਮਿਨਿਸਟਰ ਹੋਏਗਾ ਜੇਤਲੀ ਸਾਹਿਬ। MP ਨਹੀਂ ਲੜਿਆ ਮੈਂ, ਕਿਉਂ? ਕਿਉਂਕਿ ਇਸ ਸਰਜ਼ਮੀਨ ਦੇ ਜਿੱਥੇ ਖੜੇ ਆ, ਇਹਦੇ ਭਲੇ ਦੇ ਲਈ ਜਿਉ ਰਹੇ ਆ, ਇਹਦੇ ਲਈ ਉਹ ਮਰ ਰਹੇ। ਉਹੀ ਜਿਹੜੇ NRIਆਂ ਦੀ ਭਾਵਨਾ ਸਿੱਧੂ ਦੀ ਵੀ ਹੋਈ ਕਿ ਇੱਥੇ ਜੀਵਾਂਗੇ ਇੱਥੇ। ਮੈਂ ਫਿਰ ਮੈਨੂੰ ਕਿਹਾ ਵੀ ਤੂੰ ਚਿਹਰਾ ਬਣ, ਜਨਰਲ ਸੈਕਟਰੀ ਬਣਾ ਦਨੇ ਅਹਿਮਦ ਪਟੇਲ ਸਾਹਿਬ, ਜਨਰਲ ਸੈਕਟਰੀ ਬਣਾ ਦਨੇ, ਦਿੱਲੀ ਦਾ ਚਿਹਰਾ ਬਣ। ਮੈਂ ਕਿਹਾ ਜੇ ਮੈਂ ਦਿੱਲੀ ਦਾ ਹੀ ਚਿਹਰਾ ਬਣਨਾ ਹੁੰਦਾ ਫਿਰ 3 ਵਾਰ ਦਾ ਮੰਤਰੀ ਨਾ ਹੁੰਦਾ BJP 'ਚ। ਜੇ ਦਿੱਲੀ ਹੋ ਜਾਣਾ ਹੁੰਦਾ, ਜੀਵਾਂਗੇ ਪੰਜਾਬ ਮਹਾਰਾਜ, ਮਰਾਂਗੇ ਪੰਜਾਬ। ਅੱਜ ਵੀ ਉੱਥੇ ਹੀ ਖੜੇ। ਸਿਸਟਮ ਤਕੜਾ, ਬਾਹੂਬਲੀ ਹੈ, ਆਰਾਮ ਦੇ ਪੈਸੇ। ਇਹ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ, ਇਹ 3 ਲੱਖ ਕਰੋੜ ਰੁਪਈਆ 100 ਪਰਿਵਾਰਾਂ ਦੀ ਜੇਬ 'ਚ ਹੈ। ਉਹ 'ਚੋਂ 2 ਵੱਡੇ ਨੇ, ਸਮਝੇ ਨਹੀਂ? ਕਾਣੇ ਕਰ ਉਹਨਾਂ ਨੂੰ ਰੱਖਿਆ ਜਾਂਦਾ ਹੈ, ਸਿਸਟਮ 'ਚ ਸ਼ਾਮਿਲ ਕੀਤਾ ਜਾਂਦਾ, ਤੇ ਸਾਰੇ ਪੈਸੇ ਕਿੱਥੇ ਕਿੱਥੇ ਗਏ ਨੇ ਸਭ ਨੂੰ ਪਤਾ ਹੈ। ਸਮਝਿਆ ਨਹੀਂ? ਸਿਸਟਮ ਤਕੜਾ, ਸਿਸਟਮ ਬਲਵਾਨ ਹੈ, ਲੇਕਿਨ ਸਿਸਟਮ ਬੇਈਮਾਨ ਹੈ। ਔਰ ਸਿੱਧੂ ਦੇ ਕੋਲ ਈਮਾਨ ਹੈ, ਈਮਾਨ। ਐਤਕੀ ਜੇ ਸਰਕਾਰ ਮੋਰਲ ਅਥਾਰਟੀ ਤੇ ਬਣਾਈ ਤੁਸੀਂ, ਐਤਕੀ ਜੇ ਸਰਕਾਰ ਭਲੇਵਿਆਂ 'ਚ ਨਾ ਬਣਾਈ ਤੁਸੀਂ, 50-50 ਲੱਖ ਦੇ ਕੇ ਜਿਹੜੇ ਸਰਵੇ ਹੁੰਦੇ ਆ ਉਹਨਾਂ ਨੂੰ ਦੇਖ ਕੇ ਨਾ ਬਣਾਈ ਤੁਸੀਂ, ਜ਼ਮੀਨ ਨਾਲ ਜੁੜ ਕੇ ਤੁਸੀਂ ਬਣਾਈ, ਤੇ ਸਰਕਾਰ ਬਣੂਗੀ ਜਨਾਬ, ਪੰਜਾਬ ਦੇ ਭਲੇ ਲਈ ਬਣੂਗੀ ਜਨਾਬ। ਔਰ ਸਰਕਾਰ 3 ਚੀਜ਼ਾਂ ਤੇ ਬਣੂਗੀ। ਕਿਰਦਾਰ ਇੱਕ ਦਿਨ 'ਚ ਨਹੀਂ ਬਣਦਾ। ਕਿਰਦਾਰ ਜਨਮਾਂ ਦੇ ਸੰਸਕਾਰਾਂ ਨਾਲ, ਮਾਂ ਪਿਓ ਔਰ ਬਹੁਤ ਪ੍ਰੇਰਣਾ ਨਾਲ ਬਣਦਾ। ਔਰ ਕਿਰਦਾਰਾਂ 'ਚ ਕੋਈ ਸਮਝੌਤਾ ਨਹੀਂ ਹੁੰਦਾ। ਕਿਰਦਾਰ ਤੇ ਬਣੂਗੀ ਸਰਕਾਰ। ਨੰਬਰ 2, ਮੋਰਲ ਅਥਾਰਟੀ ਤੇ ਬਣੂਗੀ। ਸਿੱਧੂ ਦੀ ਆਵਾਜ਼ ਕਿਉਂ ਨਿਕਲਦੀ ਹੈ? ਕਿਉਂਕਿ ਸਿੱਧੂ ਕੋਲ ਨੈਤਿਕਤਾ ਦੀ ਤਾਕਤ ਹੈ, ਸੱਚਾਈ ਹੈ, ਈਮਾਨਦਾਰੀ। ਸਮਝਿਆ ਨਹੀਂ? ਤੇ ਤੀਜੀ ਚੀਜ਼, ਜਿਹੜਾ ਬੰਦਾ ਪੰਜਾਬ ਨੂੰ ਇਸ਼ਕ ਕਰਦਾ ਹੋਵੇ, ਉਹਦੇ ਇਸ਼ਕ ਨੂੰ ਦੇਖੋ। ਇਸ਼ਕ ਬਦਲੇ 'ਚ ਕੁਝ ਨਹੀਂ ਮੰਗਦਾ। ਇਸ਼ਕ ਨਿਸ਼ਾਵਰ ਕਰਦਾ ਹੈ। ਇਸ਼ਕ ਜ਼ਰੂਰੀ ਨਹੀਂ ਕਿ ਕਿਸੇ ਮਹਿਬੂਬਾ ਨਾਲ ਹੋ। ਇਸ਼ਕ ਆਪਣੀ ਧਰਤੀ ਨਾਲ ਵੀ ਹੋ ਸਕਦਾ, ਜਿੱਦਾਂ ਭਗਤ ਸਿੰਘ ਨੂੰ ਸੀ, ਰਾਜਗੁਰੂ ਨੂੰ, ਸੁਖਦੇਵ ਨੂੰ ਸੀ। ਇਹ ਇਸ਼ਕ ਜਿਹੜਾ ਹੈ ਉਹ ਬਦਲੇ 'ਚ ਕੁਝ ਮੰਗਦਾ ਨਹੀਂ। ਜਿਹੜਾ ਸਿੱਧੂ ਦੇ ਇਸ਼ਕ ਨੂੰ ਸਮਝਦਾ, ਉਹ ਸਿੱਧੂ ਨੂੰ ਸਮਝਦਾ। ਕਿਉਂਕਿ ਮੈਂ ਸਾਰਾ ਕੁਝ ਵਾਰ ਦੂੰ, ਸਾਰਾ ਕੁਝ ਕੁਰਬਾਨ ਕਰ ਦੂੰ, ਲੇਕਿਨ ਪੰਜਾਬ ਦੇ ਨਾਲ ਦਰੋਹ ਨਹੀਂ ਕਰੂੰਗਾ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦਊਂਗਾ, ਪੰਜਾਬ ਦੇ ਨਾਲ ਐਤਕੀ ਝੂਠ ਨਹੀਂ ਬੋਲੂੰਗਾ। ਔਰ ਆਉਣ ਵਾਲੀ ਪੀੜ੍ਹੀ ਦਾ ਸੌਂ, ਮੈਂ ਨਾ ਆਉਣ ਵਾਲੀ ਪੀੜ੍ਹੀ ਦਾ ਸਾਕਾ। ਇੱਕ ਮਿੰਟ ਖੜ੍ਹਦੇ ਯਾਰ, ਹੁਣ ਤੂੰ ਸਵਾਲ ਪਏ, ਮੈਂ ਜਵਾਬ ਦੇ ਦੇਣਾ। ਮਾਈ ਟਰਨ ਬ੍ਰਦਰ, ਮਾਈ ਟਰਨ। ਬਹਿ ਜਾ। ਮੈਂ ਕੀ ਕਹਿਣਾ, ਇਹ ਜਵਾਬ ਹੀ ਦੇ ਰਿਹਾ ਸਾਰਾ। ਮੈਂ ਦਰੋਹ ਦੀ ਜਦੋਂ ਗੱਲ ਕਰਦਾ ਪੰਜਾਬ ਨਾਲ, ਦਰੋਹ ਨਹੀਂ ਕਰੂੰਗਾ। ਤੇ ਮੈਂ ਨਾ ਪਹਿਲਾਂ ਸੀ ਇਹਨਾਂ ਚੀਜ਼ਾਂ ਦੇ ਨਾਲ ਧਿਆਨ, ਨਾ ਅੱਜ। ਸੱਤਾ ਦਾ ਮੈਨੂੰ ਲੋਭ ਕੋਈ ਨਹੀਂ, ਲੇਕਿਨ ਮੈਂ ਪੰਜਾਬ ਨੂੰ ਹਰ ਪਲ, ਹਰ ਰੋਜ਼ ਅਵਗਤ ਕਰਾਂਦਾ ਰਹੂੰਗਾ। ਉੱਠ ਕੇ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਅਵਗਤ ਕਰਾਉਂਦਾ ਰਹੂੰਗਾ ਵੀ ਆਹ ਨਾ ਕਰੇ। ਇਹ ਟੌਕ ਇਹਦਾ ਪ੍ਰਮਾਣ ਨਹੀਂ ਹੈ। ਇਹ ਕਿਸੇ ਪਾਰਟੀ ਦੇ ਬੰਦੇ ਦੀ ਟੌਕ ਹੈ ਜਾਂ ਪੰਜਾਬ ਨੂੰ ਇਸ਼ਕ ਕਰਨ ਵਾਲੇ ਦੀ ਟੌਕ ਹੈ? ਅੰਦਾਜ਼ਾ ਲਾ ਮਿੱਤਰਾ, ਹੈ? ਇਹ ਕਿਸੇ ਸੱਤਾਧਾਰੀ ਦੀ ਗੱਲ ਹੈ? ਇਹ ਕਿਸੇ ਨੂੰ ਸੱਤਾ ਦੇ ਲੋਭ ਦੀ ਗੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ, ਜਾਂ ਪੰਜਾਬ ਦੇ ਬੱਚਿਆਂ ਦੀ ਗੱਲ ਕਰ ਰਿਹਾ, ਆਪਣੀ ਪੱਗ ਦੀ ਗੱਲ ਕਰ ਰਿਹਾ, ਆਪਣੀ ਹੋਂਦ ਦੀ ਗੱਲ ਕਰ ਰਿਹਾ, ਆਪਣੀ ਅਲਖ ਦੀ ਗੱਲ ਕਰ ਰਿਹਾ, ਆਪਣੇ ਪਿਛੋਕੜ, ਆਪਣੇ ਇਤਿਹਾਸ, ਜਿਨ੍ਹਾਂ ਦੇ ਚਰਨਾਂ ਦੀ ਧੂੜ, ਆਪਣੇ ਗੁਰੂਆਂ ਦੀ ਗੱਲ। ਬਾਬੇ ਨਾਨਕ ਦੇ ਫਲਸਫੇ ਤੇ ਬਣ ਸਕਦਾ ਪੰਜਾਬ। ਸਿੱਧੂ ਦੀ ਕੋਈ ਔਕਾਤ ਨਹੀਂ, ਸਿੱਧੂ ਜ਼ੀਰੋ। ਬਾਬੇ ਨਾਨਕ ਦੇ ਫਲਸਫੇ ਤੇ ਬਣ ਸਕਦਾ ਪੰਜਾਬ।
ਫਲਸਫੇ ਨੂੰ ਲੈ ਕੇ ਜਾਊਂ ਲੋਕਾਂ ਨੂੰ ਵੀ ਕਿੱਥੇ ਕੀਤਾ ਤੁਸੀਂ ਸਰਬੱਤ ਦਾ ਭਲਾ। ਤੁਸੀਂ 1% ਲੋਕਾਂ ਦਾ ਭਲਾ ਕੀਤਾ, 99% ਬਿਲਕਦੇ। 1% ਅਮੀਰ ਹੋਈ ਗਿਆ, 99% ਗਰੀਬ ਹੋਈ ਗਿਆ। ਉਸ 1% ਦੀ ਗੱਲ ਨਹੀਂ ਕਰਦਾ, 0.1% ਦੀ ਗੱਲ ਨਹੀਂ ਕਰਦਾ ਸਿੱਧੂ। ਜੇ ਕਿਸਾਨੀ ਸਵਾਰਨੀ ਹੈ, ਰੋਡ ਮੈਪ ਚਾਹੀਦਾ ਦਿਨਾ। ਜੇ ਕਿਸੇ ਕੋ ਬਿਹਤਰ ਹੋਵੇ ਦਵੇ, ਉਹਦੇ ਮਗਰ ਤੁਰੂ। ਜੇ ਪੰਜਾਬ ਮਾਡਲ ਦਿਨਾ, ਉਹ ਕੋਈ ਇੱਕ ਦਿਨ ਚ 2 ਦਿਨ ਚ ਨਹੀਂ ਬਣ ਗਿਆ। 17 ਸਾਲ ਦੇ ਕਸੜੇ ਖਾ ਰਿਹਾ ਨਵਜੋਤ ਸਿੰਘ, ਲੇਕਿਨ ਇਹ ਸਿਸਟਮ ਨੂੰ ਸਮਝ ਗਿਆ। ਇਹ ਮਾਫੀਆ ਜਿਹੜਾ ਕਠਪੁਤਲੀਆਂ ਬਣਾ ਠੇਕੇਦਾਰਾਂ ਨੂੰ ਨਚਾਉਂਦਾ, ਸਮਝ ਗਿਆ ਉਹਨੂੰ। ਤੁਹਾਡੇ ਮੂਹਰੇ ਪਾਸ ਕੀਤਾ ਇਹ, ਅੱਗੇ ਤੁਸੀਂ ਸਮਝਦੇ ਸੀ ਇਸ ਗੱਲ ਨੂੰ? ਅੱਜ ਹਰੇਕ ਬੰਦਾ ਸਵਾਲ ਦੱਸੋ ਕਿੱਥੋਂ ਲਿਆਏਗਾ ਪੈਸੇ, ਇਹ ਕਿਹਨੇ ਲਾਇਆ? ਜਿੱਦਣ ਪੰਜਾਬ ਦੇ ਲੋਕ ਤੁਹਾਡੇ ਵਰਗੇ ਮੇਰੇ ਭਰਾ ਗਲੀਆਂ 'ਚ, ਮਹੱਲਿਆਂ 'ਚ, ਚੌਂਕਾਂ 'ਚ, ਚਬਾਰਿਆਂ 'ਚ ਖੜ ਕੇ ਪੁੱਛਣ ਲੱਗੇ ਇਹ ਸਵਾਲ, ਉਸੇ ਦਿਨ ਮਾਫੀਆ ਟੁੱਟੇ। ਇਹ ਸਿੱਧੂ ਦੀ ਲੜਾਈ ਨਹੀਂ, ਇਹ ਤੁਹਾਡੀ ਲੜਾਈ ਹੈ ਭਰਾ। ਇਹ ਤੁਹਾਡੀ ਪੰਜਾਬ ਦੇ ਲੋਕਾਂ ਦੀ ਲੜਾਈ। ਤੇ ਮੈਂ ਲੜੂ ਤੁਹਾਡੇ ਮਨਾਂ 'ਚ, ਮੈਂ ਲੜੂ ਤੁਹਾਡੇ ਮਨਾਂ 'ਚ। ਮੈਂ ਦੱਸੂ ਵੀ ਅਫਸਰਸ਼ਾਹੀ ਹੁੰਦੀ ਕੀ ਹੈ, ਮੈਂ ਦੱਸੂ ਵੀ ਚੋਰ ਮੋਰੀਆਂ ਹੈ ਕੀ, ਮੈਂ ਦੱਸੂ ਵੀ ਇਹ ਠੱਗੀ ਪੰਜਾਬ ਨਾਲ ਲੱਗੀ ਕਿੱਦਾਂ ਹੈ, ਮੈਂ ਦੱਸੂ ਵੀ ਲਾਲਚੀ ਲੋਕ ਪੰਜਾਬ ਗਿਰਵੀ ਰੱਖ ਵੇਚ ਗਏ। ਕੌਣ ਰੋਕ ਸਕਦਾ ਇਹਨੂੰ? ਤੁਸੀਂ ਰੋਕ ਸਕਦੇ ਹੋ, ਤੁਸੀਂ ਰੋਕ ਸਕਦੇ ਹੋ। ਇਹ ਜਿਹੜੀ ਇੱਕ ਬਹੁਤ ਵੱਡੀ ਜਰਨਲਿਜ਼ਮ ਦੀ ਕਲਾਸ ਹੈ। ਹਰ ਥਾਂ ਤੇ ਚੰਗੇ ਮਾੜੇ ਲੋਕ ਹੁੰਦੇ, ਲੇਕਿਨ one man with courage makes a majority। ਇੱਕ ਆਦਮੀ ਬਹਾਦਰ ਹੋਵੇ, ਇਹੀ ਬਹਾਦਰੀ ਹੈ ਕਿ ਸੱਚ ਲੋਕਾਂ ਦੇ ਸਾਹਮਣੇ ਰੱਖੀ, ਪੰਜਾਬ ਨੂੰ ਭਟਕਣ ਨਾ ਦੇਈ। ਐਂਡ ਆਈ end my talk by saying, ਕਿਉਂਕਿ ਟਾਈਮ ਲੰਬਾ ਹੋ ਗਿਆ ਤੇ ਚੱਲੀ ਜਾਊਗਾ। ਮੈਂ ਪਛੜਨ ਵਾਲਾ ਨਹੀਂ, ਮੈਂ ਪਿੱਛੇ ਹਟਣ ਵਾਲਾ ਨਹੀਂ। ਤੁਸੀਂ ਸਵਾਲ ਛੱਡੀ ਜਾਣੇ ਤੇ ਮੈਂ ਜਵਾਬ ਦੇਈ ਜਾਣੇ ਆ। ਮੈਂ ਆਖਰੀ ਲਾਈਨ ਇੱਕ ਕਹਿਣ ਵਾਲਾ ਤੇ we'll end it sir, ਉਸ ਤੋਂ ਬਾਅਦ ਤੁਸੀਂ ਆਪਦੀ ਕੋਈ ਗੱਲ ਕਰਿਓ। ਮੈਂ ਇੱਕ ਆਖਰੀ ਲਾਈਨ ਕਹਿਣ ਵਾਲਾ, ਚਲੋ 2 ਸਵਾਲ ਹੋਰ ਲੈ ਲਾਂਗੇ, ਕੋਈ ਗੱਲ ਨਹੀਂ ਭਾਜੀ। ਮੈਂ ਭੱਜਣ ਵਾਲਾ ਬੰਦਾ ਹੀ ਨਹੀਂ, ਪਿੱਠ ਦਿਖਾਉਣ ਵਾਲਾ ਬੰਦਾ ਹੀ ਨਹੀਂ। ਮੈਂ ਆਖਰੀ ਲਾਈਨ ਤੁਹਾਨੂੰ ਕਹਿਣ ਵਾਲਾ, ਇਹਨੂੰ ਮੈਂ ਰਿਪੀਟ ਕਰਦਾ ਰਹਿਣਾ। ਭਾਵੇਂ ਤੁਸੀਂ ਰਾਮ ਦਾ ਨਾਮ ਹੋਵੇ, ਭਾਵੇਂ ਵਾਹਿਗੁਰੂ ਹੋਵੇ, ਜਿੰਨੀ ਵਾਰ ਰਿਪੀਟ ਕਰੀਏ ਨਾ ਉਹਨਾਂ ਫਲਦਾ ਹੈ, ਉਹਨਾਂ ਲੱਗਦਾ ਹੈ। ਇਹ ਇਲੈਕਸ਼ਨ ਅਗਲੀ ਇਲੈਕਸ਼ਨ ਲਈ ਨਹੀਂ ਹੈ ਭਾਜੀ, ਇਹ ਇਲੈਕਸ਼ਨ ਅਗਲੀ ਇਲੈਕਸ਼ਨ ਲਈ ਨਹੀਂ ਹੈ, ਇਹ ਇਲੈਕਸ਼ਨ ਸਾਡੀ ਅਗਲੀ ਪੀੜ੍ਹੀ ਦੇ ਲਈ। This is an election for our next generation next। ਅਸੀਂ ਕੀ ਦੇ ਕੇ ਜਾਂਦੇ ਹਾਂ, ਸਾਡੇ ਜ਼ਿਹਨ 'ਚ ਕੀ ਹੈ, ਇਹੀ ਇਸ ਇਲੈਕਸ਼ਨ ਦਾ ਮਕਾਮ। ਭਾਜੀ 1-2 ਸਵਾਲ ਸਾਡੇ ਜਰਨਲਿਸਟ ਬੜੀ ਦੇਰ ਤੋਂ ਹੱਥ ਖੜੇ ਕਰ ਰਹੇ ਆ, ਇਹਨਾਂ ਤੋਂ ਬਾਅਦ ਪਲੀਜ਼ ਜ਼ਿਆਦਾ ਨਹੀਂ, 1-2 ਸਿਰਫ ਜਰਨਲਿਸਟ ਸਾਥੀ ਹੈ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਜਨਾਬ ਯਾਰ। ਮੈਂ ਗੁਰਪ੍ਰੀਤ ਸਿੰਘ ਸੰਧੂ ਹਾਈ ਕੋਰਟ ਐਡਵੋਕੇਟ ਹਾਂ, ਪ੍ਰੈਕਟਿਸ ਕਰਦਾ। ਸਭ ਤੋਂ ਪਹਿਲਾਂ ਤਾਂ ਮੈਂ ਉਮੀਦ ਕਰਦਾ ਤੇ ਇਹ ਵਿਸ਼ਵਾਸ ਕਰਦਾ ਕਿ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜੇ ਟਾਪ ਆਫ ਦਾ ਪ੍ਰਿਜ਼ਮ ਸਹੀ ਹੋਵੇ ਤਾਂ ਥੱਲੇ ਸਾਰਾ ਕੁਝ ਸਹੀ ਹੋ ਜਾਂਦਾ। ਮੈਂ ਉਮੀਦ ਕਰਦਾ ਕਿ ਜਦੋਂ ਤੁਸੀਂ ਬੈਠੋਗੇ ਤਾਂ ਤੁਸੀਂ ਉਦੋਂ ਵੀ ਆਪਦੀ ਇਸ ਜ਼ੁਬਾਨ ਤੇ ਪੱਕੇ ਰਹੋਗੇ ਤੇ ਸਿਸਟਮ ਵਾਕਈ ਸਹੀ ਹੋ ਸਕਦਾ ਹੈ। ਬੇਸ਼ੱਕ ਕੋਈ ਕਿੰਨਾ ਵੀ ਐਡਵਰਸ ਟ੍ਰੀਟੀਜ਼ ਹੋਣ, ਡੰਕਲ ਵਗੈਰਾ, ਜੇ ਉਹਨਾਂ ਕੰਪਨੀਆਂ ਦੇ ਮੁਕਾਬਲੇ ਦੇ ਵਿੱਚ ਸੀਐਮ ਚਾਹੇ ਕਿ ਅਸੀਂ ਆਪਦੇ ਕਿਸਾਨ ਨੂੰ ਖੜਾ ਕਰਨਾ ਤਾਂ ਕਰ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਮੇਰੀ ਉਮੀਦ ਹੈ ਕਿ ਤੁਸੀਂ ਕਾਇਮ ਰਹੋਗੇ ਆਪਦੇ ਵਿਚਾਰਾਂ ਤੇ। ਮੇਰੇ 2-3 ਸਵਾਲ ਹੈ ਜੀ। ਇੱਕ ਤਾਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਲਾਅ, ਤਾਂ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਜਦੋਂ ਪੜ੍ਹਾਉਂਦੇ ਸੀ ਉਦੋਂ ਕਹਿੰਦੇ ਸੀ ਕਿ ਇਹਦੀ ਰੂਹ ਹੈ ਜਿਹੜੀ ਉਹ ਸੰਘਾਤਮਕ ਹੈ, ਫੈਡਰਲ ਹੈ, ਲੇਕਿਨ ਇੱਕ ਵਾਰੀ ਇਹਨੂੰ ਯੂਨਿਟਰੀ ਬਣਾ ਰਹੇ ਹਾਂ, ਹੌਲੀ ਹੌਲੀ ਇਹਨੂੰ ਪੂਰਾ ਫੈਡਰਲ ਕਰ ਦਾਂਗੇ। ਲੇਕਿਨ ਪਿਛਲੇ 70 ਸਾਲਾਂ 'ਚ ਸਣੇ ਕਾਂਗਰਸ ਪਾਰਟੀ, ਸਣੇ ਬੀਜੇਪੀ, ਸਾਰਿਆਂ ਨੇ ਇਹਨੂੰ ਪੂਰੀ ਤਰ੍ਹਾਂ ਯੂਨਿਟਰੀ ਕਰਤਾ ਤੇ ਸਟੇਟਾਂ ਦੇ ਰਾਈਟ ਬਹੁਤ ਖਤਮ ਹੋ ਗਏ। ਜਿਹੜੀ ਗੱਲ ਜੇ ਆਪਾਂ ਦੇਖੀਏ, ਐਜੂਕੇਸ਼ਨ ਦੀ ਗੱਲ ਬੜੀ ਮੁੱਦਾ ਉੱਠਿਆ ਹੈ। ਜਦੋਂ ਤੱਕ ਐਜੂਕੇਸ਼ਨ ਸਟੇਟ ਲਿਸਟ ਦੇ ਵਿੱਚ ਸੀਗੀ ਤਾਂ ਸਾਡੇ ਸਰਕਾਰੀ ਸਕੂਲਾਂ ਨੇ ਬੜੇ ਵੱਡੇ ਅਫਸਰ ਵੀ ਦਿੱਤੇ ਆ, ਸਾਇੰਟਿਸਟ ਵੀ ਦਿੱਤੇ ਆ, ਮਨਮੋਹਨ ਸਿੰਘ ਵਰਗੇ। ਬਿਲਕੁਲ ਜੀ। ਲੇਕਿਨ ਜਦੋਂ ਕੰਕਰੈਂਟ ਲਿਸਟ ਦੇ ਵਿੱਚ ਆ ਗਈ ਤੇ ਸੀਬੀਐਸਈ ਨੇ ਪਰਸੈਂਟੇਜ ਵਧਾਉਣੀ ਸ਼ੁਰੂ ਕਰਤੀ ਤੇ ਅਸੀਂ ਆਪਦੇ ਬੱਚਿਆਂ ਨੂੰ ਕਿਉਂਕਿ ਸਾਡੇ ਤਾਂ 65% ਨੰਬਰ ਬੜੇ ਮੁਸ਼ਕਿਲ ਨਾਲ ਦਿੰਦੇ ਸੀ ਬੋਰਡ, ਸੀਬੀਐਸਈ 90% ਦਿੰਦੀ ਸੀ, ਕੰਪੀਟੀਸ਼ਨ 'ਚ ਪਿਛੜਨ ਲੱਗ ਗਏ ਤਾਂ ਸਾਡਾ ਜਿਹੜਾ ਖਾਸਾ ਹੀ ਖਤਮ ਕਰ ਦਿੱਤਾ ਗਿਆ ਉਸ ਰਾਹੀਂ। ਇਹਦੇ ਬਾਰੇ ਤੁਹਾਡਾ ਕੀ ਵਿਜ਼ਨ ਹੋਊਗਾ? ਜਿਹੜੀ ਫੈਡਰਲ ਸਿਸਟਮ ਬਾਰੇ ਉਹਨੂੰ ਕਿਵੇਂ ਤੁਸੀਂ ਉਸ ਤੋਂ ਬਚ ਕੇ ਸਟੇਟ ਦਾ ਕਰੋਗੇ? ਸੈਕੰਡ ਗੱਲ ਜਿਹੜੀ ਹੈ,
ਇੱਕ ਪਾਣੀ ਜਿਹੜਾ ਰਾਜਸਥਾਨ ਨੂੰ ਜਾਂਦਾ, ਵਿਧਾਨ ਸਭਾ ਨੇ ਬਿੱਲ ਪਾਸ ਕੀਤਾ ਸੀ ਉਹਨਾਂ ਤੋਂ ਪੈਸੇ ਲੈਣ ਵਾਸਤੇ। ਹਰਿਆਣੇ ਨਾਲ ਸਾਡਾ ਹੋਰ ਮਸਲਾ ਹੈ, ਅਲੱਗ ਮਸਲਾ, ਭਰਾਵੀ ਵੰਡ ਦਾ ਮਸਲਾ ਹੈ, ਉਹਨਾਂ 'ਚ ਹੋਰ ਕਿੰਤੂ ਪਰੰਤੂ ਹੈਗੇ ਆ। ਲੇਕਿਨ ਰਾਜਸਥਾਨ ਦੇ ਨਾਲ ਸਾਡਾ ਕਲੀਅਰ ਕੱਟ ਮਸਲਾ ਹੈ ਕਿ ਸਾਡਾ ਪਾਣੀ ਗਿਆ, ਸਾਡੇ ਰਿਸੋਰਸਸ ਗਏ, ਉਹਦਾ ਸਾਨੂੰ ਪੈਸਾ ਨਹੀਂ ਆਇਆ। ਥਰਡ ਜਿਹੜੀ ਗੱਲ ਹੈ, ਜਦੋਂ ਆਪਾਂ ਗੱਲ ਕਰਦੇ ਆ ਅਨਐਮਪਲੋਇਮੈਂਟ ਦੀ, ਸਾਡੀ ਐਗਰੇਰੀਅਨ ਸਟੇਟ ਹੈਗੀ ਆ, ਇਹਦੇ ਵਿੱਚ ਐਗਰੇਰੀਅਨ ਇੰਡਸਟਰੀ ਲੱਗਣੀ ਹੈ। ਕਦੇ ਕਿਸੇ ਸਰਕਾਰ ਨੇ ਸਰਵੇ ਨਹੀਂ ਕਰਾਇਆ ਕਿ ਆਉਣ ਵਾਲੇ 25-30 ਸਾਲਾਂ 'ਚ ਇੰਡਸਟਰੀ ਕਿਹੜੇ ਪਾਸੇ ਜਾਊਗੀ, ਕਿਹੜੀਆਂ ਜੌਬਸ ਚਾਹੀਦੀਆਂ ਹੋਣਗੀਆਂ, ਕਿਹੜੀ ਸਕਿੱਲ ਚਾਹੀਦੀ ਹੋਊਗੀ, ਇਹ ਅਸੈਸਮੈਂਟ ਜਿਹੜੀ ਹੈਗੀ ਉਹ ਕਿਵੇਂ ਹੋਊਗੀ, ਕੀ ਹੋਊਗਾ, ਸਾਰਾ ਇਸ ਬਾਰੇ ਤੁਸੀਂ, ਕਿਉਂਕਿ ਕੋਈ ਵੀ ਕੱਲੀ ਗੱਲ ਨਹੀਂ, ਸਟੇਟ ਦੀ ਜਦੋਂ ਗੱਲ ਕਰਦੇ ਸਾਰੀਆਂ ਗੱਲਾਂ ਜੁੜੀਆਂ ਹੁੰਦੀਆਂ ਆਪਸ ਦੇ ਵਿੱਚ। ਤਾਂ ਇਹਦੇ ਬਾਰੇ ਸਾਰਾ ਜੇ ਤੁਸੀਂ ਡਿਟੇਲ ਦਿਓਗੇ ਜਵਾਬ ਤਾਂ ਬੜੀ ਕਿਰਪਾ ਹੋਊਗੀ। ਥੈਂਕ ਯੂ ਸਰ। ਬਹੁਤ ਹੀ ਮਤਲਬ ਮੈਂ ਜੇ ਸੱਚੀ ਗੱਲ ਤੁਹਾਨੂੰ ਦੱਸਾਂ ਨਾ, ਮੈਂ ਸਲਾਮ ਮਾਰਦਾ ਯਾਰ ਤੈਨੂੰ ਸਵਾਲ ਪੁੱਛ, ਸੀਰੀਅਸਲੀ ਰੀਅਲੀ ਬਹੁਤ ਹੀ ਵਧੀਆ ਸਵਾਲ ਕੀਤਾ। ਪਰ ਮੈਂ ਦੇਖਦਾ ਕਈ ਮੁਲਕਾਂ ਦੇ ਵਿੱਚ ਜਿਹੜਾ ਅਸਲੀ ਬਦਲਾਅ ਆਇਆ ਨਾ, ਉਹ ਵਕੀਲਾਂ ਰਾਹੀਂ ਆਇਆ। ਮੈਨੂੰ ਹੁਣ ਪਤਾ ਲੱਗ ਰਿਹਾ ਵੀ ਵਾਕਈ ਵਕੀਲ ਬਹੁਤ ਸਿਆਣੇ। ਦੇਖੋ ਤੁਸੀਂ ਇੰਨੇ ਕੁ ਜਿਹਨੂੰ ਕਹਿੰਦੇ ਨੇ ਨਾ ਕਿ ਬੁਨਿਆਦੀ ਸਵਾਲ, ਬੁਨਿਆਦ ਤੋਂ ਬਿਨਾਂ ਇਮਾਰਤ ਨਹੀਂ ਨਾ ਬਣਦੀ, ਤੁਸੀਂ ਬੁਨਿਆਦੀ ਸਵਾਲ ਦੇਖੋ। ਫੈਡਰਲ ਸਟਰਕਚਰ ਜਿਹੜਾ ਹੈਗਾ, ਇਹ ਸਟੇਟਾਂ ਦੀ ਹੋਂਦ ਦੀ ਗੱਲ ਹੈ। ਮੈਂ ਸ਼ੁਰੂ ਤੋਂ ਤੁਸੀਂ ਪ੍ਰੈਸਾਂ ਨੂੰ ਪੁੱਛ ਲਓ, ਮੈਂ ਫੈਡਰਲ ਸਟਰਕਚਰ ਲਈ ਪਹਿਲੇ ਦਿਨ ਤੋਂ ਲੜਦਾ ਰਿਹਾ। ਔਰ ਦੂਜੀ ਗੱਲ, ਫੈਡਰਲ ਸਟਰਕਚਰ ਦੇ ਲਈ ਅਗਰ ਕੋਈ ਸਭ ਤੋਂ ਵੱਡੀ ਚੀਜ਼ ਬਣੀ ਸੀ, ਇਹਨੂੰ ਅਮਲੀ ਜਾਮਾ ਪਾ ਕੇ ਸੁਰੱਖਿਅਤ ਰੱਖਣ ਦੇ ਲਈ, ਇਹਦੀ ਢਾਲ ਅਗਰ ਕੋਈ ਧਰਤੀ ਤੇ ਬਣੀ ਸੀ ਤੇ ਸਰਕਾਰੀਆ ਕਮਿਸ਼ਨ ਬਣਿਆ ਸੀ। ਤੁਸੀਂ ਅਗਰ ਉਸ ਸਰਕਾਰੀਆ ਕਮਿਸ਼ਨ ਨੂੰ ਪੜ੍ਹੋ, ਮੇਰੇ ਤੇ ਉਹ ਰਿਸ਼ਤੇਦਾਰ ਸੀ, ਮੈਂ ਤੇ ਉਹਨਾਂ ਦੇ ਹੱਥਾਂ 'ਚ ਵੱਡਾ ਹੋਇਆ, ਮੈਂ ਉਹਨਾਂ ਤੋਂ ਹੀ ਸਿੱਖਿਆ ਹੈ ਕਿ ਸਟੇਟਾਂ ਨੂੰ ਗੁਲਾਮ ਬਣਾਉਣ ਦੀ ਸਾਜ਼ਿਸ਼ ਹੈ। ਜਦੋਂ GST ਆਇਆ ਭਾਜੀ, ਤੁਸੀਂ ਵੇਖੋ, ਜਦੋਂ GST ਆਇਆ ਤੇ ਮੈਂ ਪਹਿਲਾ ਬੰਦਾ ਸੀਗਾ ਜਿਹਨੇ 15 ਦਿਨਾਂ ਦੇ ਬਾਅਦ ਅੰਮ੍ਰਿਤਸਰ ਦੇ ਵਿੱਚ 20,000 ਬੰਦਾ ਲੈ ਕੇ GST ਦੇ ਖਿਲਾਫ ਜ਼ਬਰਦਸਤ ਧਰਨਾ ਮੁਸ਼ਾਰਾ ਕੀਤਾ ਸੀ। ਕੋਈ ਯਾਦ ਹੈ ਕਿਸੇ ਨੂੰ? ਤੁਹਾਨੂੰ ਕਿਸੇ ਨੂੰ ਯਾਦ ਹੈ? ਉਹਨਾਂ ਨੂੰ ਯਾਦ, ਸਭ ਨੂੰ ਯਾਦ। ਉਹ ਕਿਉਂ ਸੀ? ਕਿਉਂਕਿ ਮੈਂ ਇਹ ਮੰਨਦਾ ਕਿ ਇਹ ਏਡੀਆਂ ਜ਼ਬਰਦਸਤ IAS ਅਫਸਰਾਂ ਦੀਆਂ ਸ਼ਬਦਾਂ ਦੀਆਂ ਚਾਲਾਂ ਨੇ ਕਿ ਇਹਨਾਂ ਨੇ ਸੂਬੇ ਮਾਰ ਸੂਬੇ, ਇਹ ਕੌਨਕਰੈਂਟ ਲਿਸਟ ਜਿਹੜੀ ਹੈ ਸੂਬੇ ਮਾਰਨ ਦੇ ਲਈ ਹੀ ਹੈ। ਉਹ 'ਚ ਕੀ ਸੀ? ਉਹ 'ਚ ਬੜਾ ਸਿੰਪਲ ਹੋ ਸੀ ਕਿ ਭਾਈ ਸਾਡਾ ਜਿਹੜਾ ਕੋਈ ਵੀ ਗੈਰਤਮੰਦ ਮੰਤਰੀ ਸੀ, ਜਿਹੜਾ ਮੁੱਖ ਮੰਤਰੀ ਸੀ, ਉਹ ਇਹ ਕਹਿੰਦਾ ਕਿ ਭਾਈ ਤੁਸੀਂ GST ਅਗਰ ਸਾਡਾ ਲੈਣਾ ਹੈ ਤੇ ਤੁਸੀਂ GST ਸਾਨੂੰ ਕਲੈਕਟ ਕਰਨ ਦਿਓ, ਅਸੀਂ ਆਪਣਾ ਹਿੱਸਾ ਰੱਖ ਕੇ ਤੁਹਾਨੂੰ ਦੇ ਦਿਆਂਗੇ। ਏਡੀ ਗੱਲ ਸੀ ਭਾਈ, ਏਡੀ ਗੱਲ ਹੈ, ਮੇਰੀ ਚੀਜ਼ ਹੈ, ਮੇਰੇ ਪੈਸੇ ਹੈ, ਮੇਰੇ ਨਾਂ ਤੇ ਇਕੱਠੇ ਕੀਤੇ ਗਏ ਹੈ, ਮੈਂ ਲੈਣਾ ਹੈ, ਮੇਰੇ ਸੂਬੇ ਦੇ ਨੇ, ਤੇ ਤੁਸੀਂ ਰੱਖ ਕੇ ਸਾਨੂੰ ਹੱਥ 'ਚ ਠੂਠਾ ਕਿਉਂ ਦਿਓਗੇ ਬਈ? ਇਹਨੇ ਕੀਤਾ, ਸਿੱਧੂ ਕਰਦਾ ਸੀ। ਸਿੱਧੂ ਉਦੋਂ ਕਹਿੰਦਾ ਸੀ ਕਿ ਫਾਈਨੈਂਸ ਮਿਨਿਸਟਰ ਸਾਹਿਬ ਇਹ ਠੂਠਾ ਦੇ ਦੇਣਗੇ ਆਪਣੇ ਹੱਥ 'ਚ। ਉਦੋਂ ਕਹਿੰਦਾ 14% ਤੁਹਾਨੂੰ ਗਰੰਟੀ ਦੇਾਂਗੇ। ਚਲੋ ਸਰਕਾਰ ਮਾੜੀ ਮੋਟੀ ਉਹ ਗਰੰਟੀ ਨਾਲ ਚੱਲ ਗਈ, ਹੁਣ ਕਿਹੜੀ ਗਰੰਟੀ ਹੈ? ਪੈਸੇ ਨਾ ਦੇਣੇ ਨਹੀਂ। 3 ਕਾਲੇ ਕਾਨੂੰਨ ਕੀ ਹੈ ਜਨਾਬ, ਇਹਨੂੰ ਸਮਝੋ ਪਹਿਲਾਂ। ਇਹ ਕਿੰਨੀ ਵੱਡੀ ਸਾਜ਼ਿਸ਼ ਹੈ। ਐਗਰੀਕਲਚਰ ਸਟੇਟ ਸਬਜੈਕਟ, ਠੀਕ ਹੈ ਜੀ। ਐਗਰੀਕਲਚਰ ਅਗਰ ਸਟੇਟ ਸਬਜੈਕਟ ਹੈ ਤੇ ਤੁਸੀਂ ਟ੍ਰੇਡ ਐਂਡ ਕਾਮਰਸ ਦੀ ਆੜ ਦੇ ਵਿੱਚ ਇਹਦੇ ਤੇ ਕਾਨੂੰਨ ਕਿੱਦਾਂ ਬਣਾ ਰਹੇ ਹੋ? ਤੁਸੀਂ ਮਾਰਕੀਟ ਕਿੱਦਾਂ ਖੜੀ ਕਰ ਰਹੇ ਹੋ? ਤੁਸੀਂ ਕਿਸ ਤਰੀਕੇ ਦੇ ਨਾਲ ਪੰਜਾਬੀ ਸੂਬੇ ਦੇ ਲੋਕਾਂ ਨੂੰ ਕਹਿੰਦੇ ਤੁਹਾਨੂੰ ਕਾਨੂੰਨੀ ਅਧਿਕਾਰ ਹੈ ਨਹੀਂ? ਵੀ 3 ਕਰੋੜ ਪੰਜਾਬੀਆਂ ਦੇ ਅਧਿਕਾਰ, ਚੁਣੇ ਨੁਮਾਇੰਦਿਆਂ ਦੇ ਅਧਿਕਾਰ, MPਆਂ ਦੇ ਅਧਿਕਾਰ, MLA ਦੇ ਅਧਿਕਾਰ ਇੱਕ ਬੰਦੇ ਨੂੰ ਦੇ ਦਿਓ। ਤੇ ਮਹਾਰਾਜ ਮੈਂ ਤੁਹਾਨੂੰ ਅੱਜ ਕਹਿ ਰਿਹਾ, ਤੁਸੀਂ ਲਿਖ ਕੇ ਲੈ ਲਓ। ਇਹ ਕਿਤੇ ਰੁਕ ਗਿਆ? ਇਹ ਕਿਤੇ ਰੁਕ ਗਿਆ? ਇਹ ਬੜੇ ਸਕੀਮੀ, ਬੜੇ ਜਗਾੜੀ ਲੋਕ ਨੇ। ਇਹਨਾਂ ਨੂੰ ਤੁਸੀਂ ਐਵੇਂ ਛੋਟਾ ਮੋਟਾ ਸਮਝਿਆ, ਗੁੜ ਦੇ ਕੇ ਮਾਰਦੇ ਆ ਬਾਦਲ ਵਾਂਗ। ਇਹ ਗੁੜ ਦਿੰਦੇ ਆ, ਉਹਦੇ ਵਿੱਚ ਸਾਈਨਾਈਡ ਪਾਉਂਦੇ ਆ, ਬੰਦੇ ਨੂੰ ਕਹਿੰਦੇ ਲੈ ਜਾ ਘਰ, ਤੇ ਜਦੋਂ ਘਰੇ ਜਾ ਕੇ ਅਗਲਾ ਮੂੰਹ 'ਚ ਪਾਉਂਦਾ, ਅਗਲਾ ਕਹਿੰਦਾ ਹਾਰਟ ਅਟੈਕ ਹੋ ਕੇ ਮਰ। ਇਹ ਪਤਾ ਹੀ ਨਹੀਂ ਲੱਗਣ ਦਿੰਦੇ ਮਾਰਦੇ ਕਿੱਦਾਂ। ਮੈਂ ਤਾਂ ਤੁਹਾਨੂੰ ਸ਼ਰੇਆਮ ਮਾਰਨ ਦੇ। FCI 2015 ਤੱਕ ਜਦੋਂ ਇਹਨਾਂ ਦੀ ਸਰਕਾਰ ਬਣਦੀ ਹੈ 99,000 ਕਰੋੜ ਰੁਪਏ ਦਾ ਕਰਜ਼ਾ ਸੀ, ਤੇ 6 ਸਾਲਾਂ 'ਚ 4 ਲੱਖ ਕਰੋੜ ਦਾ ਕਰਜ਼ਾ ਹੋਊਗਾ। ਜਾਣ ਕੇ ਮਰਨ ਦੇ, ਕਿਉਂਕਿ ਫੰਡਿੰਗ ਇਹਨਾਂ ਨੇ ਕਰਨੀ ਸੀ। ਜਾਣ ਕੇ ਮਰਨ ਦੇ ਹੈ ਬਈ FCI ਨੂੰ ਅਸੀਂ ਪਾਸੇ ਕਰਕੇ ਸਟੋਰੇਜ ਦੇ ਦੇਣੀ ਹੈ ਅਡਾਨੀ।
ਹੁਣ ਸੁਣੋ, ਇਹਦੀ ਵੀ ਕਿੱਡੀ ਵੱਡੀ ਉਹ ਹੈ ਕਿ ਜਿੰਨਾ FCI ਦੀ ਸਟੋਰੇਜ ਹੈ ਉਨੀ ਅਡਾਨੀ ਬਣਾ ਚੁੱਕਿਆ। ਤੇ ਉਹਨੂੰ ਕੀ ਕਹਿੰਦੇ ਆ, FCI ਤੇ ਮਾਰਤੀ, ਉਹਨੂੰ ਫੰਡਿੰਗ ਹੀ ਨਹੀਂ ਕਰਦੇ, ਉਹ ਕਰਜ਼ੇ ਦੇ ਉੱਤੇ ਕਰਜ਼ਾ ਵੱਜੀ ਜਾਂਦਾ ਹੈ, 4 ਲੱਖ ਕਰੋੜ ਚੜ ਗਿਆ। ਉਹਨੂੰ ਕਹਿੰਦੇ ਤੈਨੂੰ ਮੈਕਸਿਮਮ ਸਪੋਰਟ ਪ੍ਰਾਈਸ। ਸਾਨੂੰ ਤੇ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦਿੰਦੇ ਕਿਸਾਨ ਨੂੰ। ਇਹਨੂੰ ਸਮਝਣ ਵਾਲੀ ਗੱਲ ਹੈ, ਇਹਨੂੰ ਸਮਝੋ ਧਿਆਨ ਨਾਲ ਮੈਂ ਜੋ ਕਹਿ ਰਿਹਾ। ਮੈਕਸਿਮਮ ਸਪੋਰਟ ਪ੍ਰਾਈਸ ਕੀ ਹੈ ਜੀ? ਵੀ FCI ਦੇ ਗੋਡਾਊਨਾਂ ਦੇ ਵਿੱਚ ਹੀ ਤੂੰ ਆਪਣੇ ਸਾਈਲੋ ਬਣਾ, ਔਰ ਕਿੰਨੇ ਲੱਖਾਂ ਮੀਟ੍ਰਿਕ ਟਨ ਬਣਾ ਚੁੱਕਿਆ ਉਹ ਆਲਰੇਡੀ, ਉਹਨੂੰ ਦੇ ਚੁੱਕੇ ਆ। ਸ਼ਾਂਤਾ ਕੁਮਾਰ ਕਮੇਟੀ ਦਾ ਪਹਿਲਾ, ਦੂਜਾ, ਤੀਜਾ ਇਹ ਅਡਾਨੀ ਨੂੰ ਦੇਣ ਹੈਂਡਓਵਰ ਦਾ ਹੈ ਵੀ ਜੇ ਤੁਸੀਂ ਰਿਆਇਤ ਵੀ ਦਿਓਗੇ, ਪ੍ਰੋਕਿਉਰਮੈਂਟ ਤੂੰ ਕਰੋਗੇ ਤਾਂ ਮੰਨਣੀ ਨਹੀਂ ਸੈਂਟਰ ਦੀ ਸਰਕਾਰ ਨੇ। ਜੇ 25% ਸਟੋਰੇਜ ਤੇਰੇ ਸਾਈਲੇ 'ਚ ਹੈ ਤੇ ਤੈਨੂੰ 100% ਪੈਸੇ। ਇਹ ਤੂੰ ਵੱਡਾ ਨੇਰ ਹੈ ਕਿ ਸਟੋਰੇਜ ਤੇਰੇ ਸਾਈਲੋ 'ਚ ਤੂੰ ਅਨਾਜ ਲਏਗਾ ਸਾਰਾ। ਸਟੋਰੇਜ ਤੇਰੇ ਸਾਈਲੋ ਦੇ ਵਿੱਚ ਜੇ 50% ਵੀ ਹੋਊਗੀ ਤੇ ਤੈਨੂੰ 100% ਦਾ ਮਿਲੂ, ਤੇ ਕਿਸਾਨ ਨੂੰ MSP ਨਹੀਂ ਮਿਲੂ, ਮਿਨੀਮਮ ਸਪੋਰਟ ਪ੍ਰਾਈਸ ਨਹੀਂ ਮਿਲੂ। 5 ਰੁਪਏ ਦਾ ਡੀਜ਼ਲ ਸੀ ਸਾਹਿਬ, ਕਿਸਾਨ ਦੀ ਗੱਲ ਕਰਦੇ ਹੋ ਨਾ ਤੁਸੀਂ। 5 ਰੁਪਏ ਦਾ ਡੀਜ਼ਲ ਸੀ 1992 ਚ, 100 ਦਾ ਹੋਇਆ 5 ਰੁਪਏ 10 ਰੁਪਏ ਘਟਾਤਾ, ਚਲੋ ਹੋ ਗਿਆ 25 ਗੁਣੇ ਵਧਿਆ। ਕਣਕ 330 ਰੁਪਏ ਸੀ, ਅੱਜ 1700, 5 ਗੁਣੇ ਵਧੀ, 25 ਗੁਣਾ ਕਾਸਟ ਆਫ ਪ੍ਰੋਡਕਸ਼ਨ ਵਧੀ ਤੇ 5 ਗੁਣਾ ਹੋਰ ਲਓ। 1970 ਦੇ ਵਿੱਚ 90 ਰੁਪਏ ਤਨਖਾਹ ਸੀ ਪ੍ਰੋਫੈਸਰ, 300 400 ਗੁਣਾ। ਪ੍ਰਾਈਵੇਟ ਸੈਕਟਰ 1000 ਗੁਣਾ, ਡੀਏ ਪੈਨਸ਼ਨ। ਕਿਸਾਨ ਨੂੰ ਕੀ ਦਿੱਤਾ? 15 ਗੁਣਾ ਵਧੀ। ਕਿਉਂ ਬਈ? ਧਿਆਨ ਨਾਲ ਸਮਝੋ ਇਹਨਾਂ ਗੱਲਾਂ ਨੂੰ। 5 ਰੁਪਏ ਦਾ ਟਮਾਟਰ ਮੰਡੀ 'ਚ ਲੈ ਕੇ ਜਾਂਦਾ, ਉਹ ਪੈਰਿਸ਼ੇਬਲ ਕਮੋਡਿਟੀ, ਉਹਦੇ ਕੋਲ ਸਟੋਰੇਜ ਲਈ ਕੋਈ ਥਾਂ ਨਹੀਂ। ਉਹਨੂੰ ਆੜ੍ਹਤੀਆ ਕਹਿੰਦਾ ਲਿਆ ਵੀ 4 ਰੁਪਏ ਲਿਆ। ਉਹ ਕਹਿੰਦਾ ਮਹਾਰਾਜ ਮਾਲਕੋ 5 ਦਿਓ, 6 ਦਿਓ। ਨਾ 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 3.5 ਦਿਆਂ। ਉਹਨੂੰ ਪਤਾ ਹੈ ਵੀ ਮੈਂ ਟਰਾਲੀ ਘਰੇ ਵਾਪਸ ਲੈ ਗਲ ਜੂ ਹੈ ਜੀ। ਉਹ 4 'ਚ ਦੇ ਜਾਂਦਾ। ਉਸੇ ਦਿਨ ਸ਼ਾਮ ਨੂੰ ਪਰਚੂਨ ਦੇ ਉੱਤੇ 25 ਦਾ ਲਿਖਦਾ। ਜੇ ਕਿਸਾਨ ਨੇ ਮਹੀਨੇ ਬਾਅਦ ਭਾਜੀ ਜਦੋਂ ਸੀਜ਼ਨ ਖਤਮ ਹੋ ਗਿਆ ਅਡਾਨੀ ਦੇ ਸਟੋਰੇਜ ਚੋਂ ਲੈਣਾ ਹੋ ਤੇ 60 ਰੁਪਏ ਹਨੇਰ ਨਹੀਂ। ਮਜ਼ਦੂਰ ਤੇ ਆ ਜਾਓ। ਹੁਣ ਲੋੜ ਤੁਸੀਂ ਬੜਾ ਵਧੀਆ ਸਵਾਲ ਕੀਤਾ। ਮੈਂ ਕਿਹਾ ਮਜ਼ਦੂਰ ਤੇ ਆਓ। ਮਜ਼ਦੂਰ ਦੀ ਦਿਹਾੜੀ ਪਤਾ ਕਰੋ ਕਿੰਨੇ ਦੀ ਹੈ? 250 ਪੱਲੇਦਾਰਾਂ ਦੀ। ਮੰਡੀ ਚੜੇ ਨੇ ਪੱਲੇਦਾਰ 250। ਪੁੱਛੋ ਕਦ ਦੀ 250 ਹੈ? ਉਹ ਕੋਈ ਜੀ ਸਾਨੂੰ ਤੇ ਯਾਦ ਨਹੀਂ ਹੈ। ਜਦ ਤੇ ਹਾਂ ਉਦੋਂ ਦੀ 250 ਹੀ ਹੈ ਹਾਂਜੀ। ਦਾਲ 100 ਤੋਂ 200, ਪੈਟਰੋਲ 5 ਤੋਂ 100, 125 ਤੇ ਉਹਦੀ ਦਿਹਾੜੀ 250। ਜਦੋਂ ਇਹ ਇਨਫਲੇਸ਼ਨ ਵੱਧਦੀ ਹੈ ਤੇ ਉਹ 250 ਦਾ ਮੁੱਲ, ਜਿਹੜੀ ਚੀਜ਼ ਉਹਨੂੰ 250 ਚ ਮਿਲਦੀ ਸੀ 1000 ਚ ਨਹੀਂ ਮਿਲਦੀ, ਤੇ ਖੁਦਕੁਸ਼ੀ ਕਰੂ ਨਹੀਂ ਕਰੂ। ਤੇ ਗਰੀਬ ਲਈ ਹੈ ਕੀ ਭਾਜੀ? ਤਾਂ ਮੈਂ ਕਹਿੰਦਾ ਜੇ ਕਿਸਾਨੀ ਸਵਾਰਨੀ ਹੈ, ਕੋਲਡ ਸਟੋਰੇਜ ਬਣਾਓ 5-5 ਪਿੰਡਾਂ।